ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਬਾਰੇ ਵਿਸਤਾਰ ਸਹਿਤ ਪੜਾਂਗੇ। ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਜ਼ਰੂਰ ਦੇਖਿਓ। ਡਾਕਟਰ ਹਰਭਜਨ ਸਿੰਘ ਪੰਜਾਬੀ ਸਾਹਿਤ ਦੇ ਸ਼੍ਰੇਸ਼ਠ ਆਲੋਚਕ ਤੇ ਆਧੁਨਿਕ ਚੇਤਨਾ ਦੇ ਕਵੀ ਹਨ। ਆਪ ਨੇ ਮਨੁੱਖ ਦੀਆਂ ਅੰਤਰਮੁਖੀ ਤੇ ਬਾਹਰਮੁਖੀ ਸਮੱਸਿਆਵਾਂ ਨੂੰ ਧੁਰ ਡੂੰਘਾਈ ਤੱਕ ਜਾ ਕੇ ਚਿੱਤਰਿਆ ਹੈ। ਤੇ ਜਨਮ ਹੋਇਆ ਇਹਨਾਂ ਦਾ ਦੇਖੋ 18 ਅਗਸਤ 1920 ਨੂੰ ਲਮਡਿੰਗ ਅਸਾਮ ਵਿੱਚ। ਤੇ ਹਿੰਦੀ ਤੇ ਅੰਗਰੇਜ਼ੀ ਸਾਹਿਤ ਦਾ ਇਹਨਾਂ ਨੇ ਡੂੰਘਾ ਅਧਿਐਨ ਕੀਤਾ ਤੇ ਦੋਹਾਂ ਵਿਸ਼ਿਆਂ ਵਿੱਚ MA ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਲੰਮੇ ਸਮੇਂ ਤੱਕ ਲੈਕਚਰਰ ਲੱਗੇ ਰਹੇ ਤੇ ਕਾਫੀ ਸਮੇਂ ਤੱਕ ਆਪ ਦਿੱਲੀ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਵਿਭਾਗ ਦੇ ਅਧਿਅਕਸ਼ ਪਦ ਉੱਤੇ ਲੱਗੇ ਰਹੇ। ਡਾਕਟਰ ਹਰਭਜਨ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿਾਂ ਵਿੱਚ ਭਾਵ ਪ੍ਰਧਾਨ ਸ਼ੈਲੀ ਦਾ ਰੰਗ ਵਧੇਰੇ ਹੈ, ਪਰ ਮੁੱਖ ਤੌਰ 'ਤੇ ਆਪ ਬੌਧਿਕ ਰੰਗਣ ਵਾਲੇ ਕਵੀ ਸਨ। ਆਪ ਨੇ ਜੀਵਨ ਦੀ ਨਿਰਾਸ਼ਤਾ, ਕਰਮਹੀਨਤਾ, ਸਮਾਜਿਕ ਮਨੋਵਿਗਿਆਨਿਕ ਪਰਿਸਥਿਤੀਆਂ, ਮਨੁੱਖੀ ਭਾਵਾਂ ਦੀ ਸੂਖਮਤਾ ਤੇ ਗਹਿਰਾਈ ਨੂੰ ਬਰੀਕੀ ਨਾਲ ਚਿੱਤਰਿਆ ਹੈ। ਸਾਡੀ ਇਸ ਪਾਠ ਪੁਸਤਕ ਵਿੱਚ ਆਪ ਦੀ ਕਵਿਤਾ ਮੇਰਾ ਬਚਪਨ ਸ਼ਾਮਿਲ ਕੀਤੀ ਗਈ ਹੈ ਤੇ ਇਸ ਕਵਿਤਾ ਵਿੱਚ ਇੱਕ ਬਾਪ ਤੋਂ ਬਿਨਾਂ ਬਚਪਨ ਦੀ ਹਕੀਕਤ ਨੂੰ ਬਿਆਨ ਕੀਤਾ ਹੈ ਤੇ ਸਮਾਜ ਵਿੱਚ ਮਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬੱਚੇ ਦਾ ਬਚਪਨ ਕਿਵੇਂ ਬਤੀਤ ਹੋ ਜਾਂਦਾ ਹੈ, ਇਸ ਦਾ ਜ਼ਿਕਰ ਹੈ। ਮੇਰਾ ਬਚਪਨ। ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਜਦ ਉਮਰਾਂ ਦੀ ਝੋਲੀ ਦੇ ਵਿੱਚ 2, 3, 4 ਜਾਂ 5 ਵਰ੍ਹੇ ਸਨ। ਮਾਂ ਦੇ ਬੁੱਲ੍ਹ ਬਿਰਾਨਾਂ ਉੱਤੇ ਕਦੀ ਨਾ ਉੱਗੀ ਹਰੀ ਕਰੋਮਲ। ਨੈਣ ਉਸਦੇ ਭਰੇ ਭਰੇ ਸਨ, ਦਿਨ ਜਿਉਂ ਬੁਝੇ ਬੁਝੇ ਪਰਛਾਵੇਂ। ਮਾਂ ਮੇਰੀ ਦੀ ਸਗਲ ਮੁਸ਼ੱਕਤ, ਨੀਵੀਂ ਨਜ਼ਰ ਸਦਾ ਸ਼ਰਮਾਵੇ। ਪਹਿਲਾਂ ਤਾਂ ਇਹਦੇ ਵਿੱਚੋਂ ਜਿਹੜੇ ਔਖੇ ਸ਼ਬਦ ਆ ਉਹਨਾਂ ਦੇ ਮੈਂ ਤੁਹਾਨੂੰ ਅਰਥ ਦੱਸਦਾ ਵੀ ਜਿਵੇਂ 3, 4 ਜਾਂ 5 ਵਰ੍ਹੇ ਕੀ ਮਤਲਬ ਹੈ ਇਹਦਾ ਵੀ ਜਿਵੇਂ ਪਿਤਾਹੀਨ ਹੋਣ ਸਮੇਂ ਦੀ ਉਮਰ ਬਾਰੇ ਅੰਦਾਜ਼ਾ ਹੀ ਹੋ ਸਕਦਾ ਹੈ ਕਿ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਪਤਾ ਨਹੀਂ ਉਹ 3 ਸਾਲਾਂ ਦਾ ਸੀ, 4 ਦਾ ਸੀ ਜਾਂ 5 ਦਾ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਗਈ। ਤੇ ਬੁੱਲ੍ਹ ਬਿਰਾਨਾਂ ਦਾ ਮਤਲਬ ਹੈਗਾ ਵੀ ਮਾਂ ਹੱਸਦੀ ਨਹੀਂ, ਉਹਦੇ ਬੁੱਲ੍ਹਾਂ ਦੇ ਉੱਤੇ ਮੁਸਕਾਨ ਨਹੀਂ ਆਉਂਦੀ ਤੇ ਉਹ ਬੰਜਰ ਧਰਤੀ ਵਾਂਗ ਹਨ ਜਿੱਥੇ ਇੱਕ ਵੀ ਹਰੀ ਕਰੋਂਬਲ ਨਹੀਂ ਉੱਗਦੀ। ਤੇ ਸਗਲ ਦਾ ਮਤਲਬ ਹੈਗਾ ਸਾਰੀ, ਕੁੱਲ, ਤੇ ਮੁਸ਼ੱਕਤ ਦਾ ਮਤਲਬ ਮਿਹਨਤ। ਤਾਂ ਹੁਣ ਦੇਖੋ ਇਹਦੇ ਅਰਥ ਇਹਨਾਂ ਲਾਈਨਾਂ ਦੇ ਵੀ ਬਚਪਨ ਤੋਂ ਹੀ ਪਿਤਾਹੀਨ ਹੋਇਆ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਜੀਵਨ ਤੋਂ ਹੈਰਾਨ ਹੋਇਆ ਤੇ ਆਪਣੇ ਪਿਛਲੇ ਜੀਵਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਮੇਰਾ ਬਚਪਨ ਅਜੇ ਤੱਕ ਤਾਂ ਆਇਆ ਨਹੀਂ, ਇਸ ਕਰਕੇ ਮੇਰਾ ਬਚਪਨ ਕਦੋਂ ਆਵੇਗਾ, ਅਰਥਾਤ ਕਦੇ ਵੀ ਨਹੀਂ ਆਵੇਗਾ। ਉਹਦੇ ਕਹਿਣ ਦਾ ਮਤਲਬ ਹੈ ਵੀ ਕਦੇ ਵੀ ਨਹੀਂ ਆਵੇਗਾ। ਜਦੋਂ ਮੈਂ ਅਜੇ 3, 4 ਜਾਂ 5 ਸਾਲਾਂ ਦਾ ਹੀ ਸਾਂ ਤਾਂ ਮੇਰੀ ਮਾਂ ਦੇ ਵੀਰਾਨ ਬੁੱਲ੍ਹਾਂ ਉੱਤੇ ਕਦੇ ਖੁਸ਼ੀ ਦੀ ਹਰੀ ਕਰੋਮਲ ਨਹੀਂ ਸੀ ਉੱਗੀ ਤੇ ਉਸਦੀਆਂ ਅੱਖਾਂ ਹਰ ਸਮੇਂ ਭਰੀਆਂ ਭਰੀਆਂ ਰਹਿੰਦੀਆਂ ਸਨ, ਜਿਵੇਂ ਦਿਨ ਨੂੰ ਬੁਝੇ ਹੋਏ ਪਰਛਾਵੇਂ ਹੁੰਦੇ ਹਨ। ਮੇਰੀ ਮਾਂ ਦਾ ਸਾਰਾ ਜ਼ੋਰ ਸਦਾ ਨੀਵੀਂ ਨਜ਼ਰ ਰੱਖਣ ਤੇ ਹਮੇਸ਼ਾ ਸ਼ਰਮਾਉਂਦੀ ਰਹਿਣ ਉੱਤੇ ਹੀ ਲੱਗਦਾ ਸੀ, ਕਿਉਂਕਿ ਉਹ ਇੱਕ ਵਿਧਵਾ ਸੀ। ਰਾਤ ਸੋ ਲੱਗਦਾ ਸੁੰਨਾ ਪਾਲਾ, ਮੈਂ ਮੇਰੀ ਮਾਂ ਦੀਪ ਵਿਹੂਣੇ, ਜਿਉਂ ਨੇਰੇ ਦੀ ਝੁੰਬ ਮਾਰ ਕੇ 2 ਬੂਟੇ ਕੁਮਲਾਏ ਸੁੱਤੇ। ਸਾਡੇ ਵਿਹੜੇ ਮਰੀ ਕਹਾਣੀ, ਇੱਕ ਸੀ ਰਾਜਾ ਇੱਕ ਸੀ ਰਾਣੀ। ਬਚਪਨ ਤੋਂ ਹੀ ਪਿਤਾਹੀਨ ਹੋਇਆ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਬੀਤੇ ਜੀਵਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਰਾਤ ਨੂੰ ਸਾਡੇ ਘਰ ਸੁੰਨਾ ਪਾਲਾ ਸੁਲਗਦਾ ਰਹਿੰਦਾ ਸੀ। ਮੈਂ ਤੇ ਮੇਰੀ ਮਾਂ ਦੀਵੇ ਤੋਂ ਬਗੈਰ ਹੀ ਸੌਂ ਜਾਂਦੇ ਸਾਂ, ਜਿਵੇਂ ਹਨੇਰੇ ਦੀ ਝੁੰਬ ਮਾਰ ਕੇ 2 ਕੁਮਲਾਏ ਹੋਏ ਬੂਟੇ ਸੁੱਤੇ ਪਏ ਹੋਣ। ਸਾਡੇ ਵਿਹੜੇ ਵਿੱਚ ਰਾਜੇ ਰਾਣੀ ਦੀ ਕਹਾਣੀ ਮਰ ਚੁੱਕੀ ਸੀ, ਭਾਵ ਬਚਪਨ ਵਿੱਚ ਮੈਨੂੰ ਮੇਰੀ ਮਾਂ ਨੇ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਦੀ ਕਹਾਣੀ ਕਦੇ ਨਹੀਂ ਸੀ ਸੁਣਾਈ, ਕਿਉਂਕਿ ਉਹ ਸਾਰਾ ਦਿਨ ਮਿਹਨਤ ਕਰਕੇ ਥੱਕੀ ਹੁੰਦੀ ਸੀ। ਦੀਪ ਵਿਹੂਣੇ ਤੋਂ ਭਾਵ ਦੀਵੇ ਤੋਂ ਬਗੈਰ, ਠੀਕ ਹੈ, ਵੀ ਦੀਵੇ ਤੋਂ ਬਗੈਰ ਅਸੀਂ ਸੌਂ ਜਾਂਦੇ ਸੀ। ਕਦੀ ਕਦੀ ਮੇਰੀ ਮਾਂ ਆਖੇ ਵੇ ਮੇਰੇ ਦੁੱਖ ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ, ਜਿਉਂ ਥਾਂ ਤੇਰਾ ਬਾਪ ਸਧਾਇਆ ਉਸ ਥਾਵੇਂ ਕੋਈ ਪਾਪ ਨਾ ਆਵੇ। ਮੇਰੇ ਬੂਟੇ ਗੱਭਰੂ ਹੋ ਜਾ, ਤੇਰੀ ਛਾਵੇਂ ਮੈਂ ਸੌਂ ਜਾਵਾਂ, ਕਦੇ ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਤ ਨਿਕਰਮਨ ਮਾਵਾਂ। ਨਿਕਰਮਨ ਜਾਨੀ ਬਦਕਿਸਮਤ। ਬਚਪਨ ਤੋਂ ਹੀ ਪਿਤਾਹੀਨ ਹੋਇਆ ਬੱਚਾ ਵਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਬੀਤੇ ਜੀਵਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਰਾਤੀਂ ਕੰਮ ਦੇ ਥਕੇਵੇਂ ਨਾਲ ਥੱਕੀ ਹੋਈ ਉਸਦੀ ਮਾਂ
ਉਸ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਉਣ ਦੀ ਥਾਂ ਕਹਿੰਦੀ ਹੁੰਦੀ ਸੀ, ਹੇ ਮੇਰੇ ਪੁੱਤਰ, ਤੂੰ ਮੇਰੇ ਦੁੱਖ ਦਰਦ ਦਾ ਹਾਣੀ ਹੈ। ਤੂੰ ਮੇਰੀ ਹਿੱਕ ਨਾਲ ਲੱਗ ਕੇ ਸੌਂ ਜਾ। ਜਿੱਥੇ ਤੇਰਾ ਬਾਪ ਗਿਆ ਹੈ ਉਸ ਥਾਂ ਤੇ ਕੋਈ ਪਾਪੀ ਨਾ ਆਵੇ। ਮੇਰੇ ਬੂਟਿਆ, ਤੂੰ ਛੇਤੀ ਛੇਤੀ ਜਵਾਨ ਹੋ ਜਾ, ਤਾਂ ਜੋ ਮੈਂ ਵੀ ਤੇਰੀ ਛਾਂ ਦੇ ਹੇਠ ਆਰਾਮ ਕਰਾਂ। ਇਸ ਪ੍ਰਕਾਰ ਕਦੇ ਕਦੇ ਨਿਕਰਮਨ ਮਾਵਾਂ ਆਪਣੇ ਨਿੱਕੇ ਬਾਲਾਂ ਦੇ ਕੁੱਛੜ ਨਿਸ਼ਚਿੰਤ ਹੋ ਕੇ ਸੌਂਦੀਆਂ ਹਨ। ਮੈਂ ਆਪਣੀ ਮਾਤਾ ਦਾ ਓਲਾ, ਉਸਦੀ ਛਾਂ ਉਸਦਾ ਪਰਛਾਵਾਂ। ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ ਹਰ ਅੱਗ ਸੁਲਗੇ ਜਿਵੇਂ ਦੁਪਹਿਰੀ। ਮੈਂ ਉਸਦੇ ਸੰਗ ਤੁਰਿਆ ਜਾਵਾਂ, ਚੁੱਪ ਸੰਗਣੀ ਛਾਉ ਇਕਹਿਰੀ। ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ। ਬਚਪਨ ਆਉਂਦਾ ਤਾਂ ਕਿਸ ਰਾਹੇ, ਹਰ ਰਾਹ ਸੂਝ ਸਮਝ ਨੇ ਘੇਰੀ। ਉਹ ਕਹਿੰਦਾ ਹੈ ਕਿ ਛੋਟੇ ਹੁੰਦਿਆਂ ਮੈਂ ਆਪਣੀ ਮਾਂ ਦਾ ਓਲਾ, ਉਸਦਾ ਪਰਛਾਵਾਂ ਤੇ ਉਸਦੀ ਛਾਂ ਸਾਂ। ਉਂਝ ਤਾਂ ਹਰ ਮਾਂ ਸੋਹਣੀ ਹੁੰਦੀ ਹੈ, ਪਰ ਮੇਰੀ ਸੋਹਣੀ ਮਾਂ ਨੂੰ ਦੇਖ ਦੇਖ ਕੇ ਹਰ ਮਰਦ ਦੀ ਅੱਖ ਬੁਰੀਆਂ ਭਾਵਨਾਵਾਂ ਦੀ ਅੱਗ ਨਾਲ ਮੱਘ ਉੱਠਦੀ ਸੀ। ਮੈਂ ਆਪਣੀ ਮਾਂ ਦੇ ਨਾਲ ਜ਼ਿੰਦਗੀ ਬਿਤਾਉਂਦਾ ਜਾ ਰਿਹਾ ਹਾਂ। ਅਸੀਂ ਦੋਵੇਂ ਹਰ ਵੇਲੇ ਚੁੱਪ ਚੁੱਪ ਰਹਿੰਦੇ ਸਾਂ। ਉਹ ਮੈਨੂੰ ਆਪਣੀ ਛਾਂ ਦੇ ਰਹੀ ਸੀ, ਪਰ ਸੰਘਣੀ ਚੁੱਪ ਵਿੱਚ ਅਸੀਂ ਦੋ ਜਣੇ ਇੱਕ ਹੀ ਪ੍ਰਤੀਤ ਹੁੰਦੇ ਸਾਂ। ਲੋਕਾਂ ਦੀਆਂ ਮੈਲੀਆਂ ਨਜ਼ਰਾਂ ਮੇਰੀ ਪਾਠਸ਼ਾਲਾ ਸਨ ਤੇ ਉਹਨਾਂ ਦਾ ਇੱਕ ਇੱਕ ਬੋਲ ਮੇਰਾ ਪਾਠ ਸੀ। ਅਜਿਹੀ ਹਾਲਤ ਵਿੱਚ ਬਚਪਨ ਜੇ ਆਉਂਦਾ ਤਾਂ ਕਿਸ ਰਾਹ ਤੋਂ ਆਉਂਦਾ। ਹਰ ਪਾਸੇ ਤੋਂ ਸੂਝ ਸਮਝ ਨੇ ਮੈਨੂੰ ਘੇਰ ਰੱਖਿਆ ਸੀ। ਅਰਥਾਤ ਕੀ ਸੀ, ਲੋਕਾਂ ਦੀਆਂ ਮੈਲੀਆਂ ਨਜ਼ਰਾਂ ਨੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਬਹੁਤ ਸਮਝਦਾਰ ਬਣਾ ਦਿੱਤਾ ਸੀ। ਇੱਕ ਦਿਨ ਮਾਂ ਨੇ ਬਾਤ ਸੁਣਾਈ, ਕਿਵੇਂ ਉਸਨੇ ਆਪਣੇ ਹੱਥੀਂ ਪਿਤਾ ਮੇਰੇ ਦੀ ਚਿਤਾ ਜਲਾਈ। ਫਿਰ ਕੁਰਲਾਈ, ਨਹੀਂ ਨਹੀਂ, ਮੈਂ ਆਪਣੇ ਹੱਥੀਂ ਤੇਰਾ ਬਚਪਨ ਆਪ ਜਲਾਇਆ। ਮੇਰਾ ਬਚਪਨ ਉਦੋਂ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਕਹਿੰਦਾ ਹੈ ਕਿ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਇਹ ਸਾਰੀ ਘਟਨਾ ਸੁਣਾਈ ਕਿ ਕਿਸ ਪ੍ਰਕਾਰ ਉਸਨੇ ਆਪਣੇ ਹੱਥਾਂ ਨਾਲ ਮੇਰੇ ਪਿਤਾ ਦੀ ਚਿਤਾ ਨੂੰ ਜਲਾਇਆ ਸੀ। ਉਹ ਕਹਿੰਦਿਆਂ ਹੀ ਉਹ ਕੁਰਲਾ ਉੱਠੀ ਸੀ ਕਿ ਉਸਨੇ ਕੇਵਲ ਉਸਦੇ ਪਿਤਾ ਦੀ ਚਿਤਾ ਨੂੰ ਹੀ ਨਹੀਂ ਸੀ ਜਲਾਇਆ, ਸਗੋਂ ਉਸਨੇ ਆਪਣੇ ਬੱਚੇ ਦਾ ਬਚਪਨ ਵੀ ਉਸਦੇ ਨਾਲ ਹੀ ਜਲਾ ਦਿੱਤਾ ਸੀ। ਕਵੀ ਆਖਦਾ ਹੈ ਕਿ ਮੇਰੇ ਪਿਤਾ ਦੀ ਚਿਤਾ ਨਾਲ ਮੇਰਾ ਬਚਪਨ ਜਲਾਇਆ ਗਿਆ ਹੋਣ ਕਰਕੇ ਮੇਰਾ ਬਚਪਨ ਉਦੋਂ ਨਹੀਂ ਸੀ ਆਇਆ ਜਦੋਂ ਮੈਂ ਛੋਟੀ ਉਮਰ ਦਾ ਸਾਂ। ਤਾਂ ਮੈਂ ਸਵਾਲ ਕਰਦਾ ਹਾਂ ਕਿ ਮੇਰਾ ਬਚਪਨ ਉਮਰ ਦੇ ਕਿਸ ਹਿੱਸੇ ਵਿੱਚ ਆਵੇਗਾ, ਭਾਵ ਮੇਰਾ ਬਚਪਨ ਕਦੇ ਨਹੀਂ ਆਵੇਗਾ। ਤਾਂ ਇਹ ਸੀ ਕਵਿਤਾ ਡਾਕਟਰ ਹਰਭਜਨ ਸਿੰਘ ਦੀ। ਅੱਗੇ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨ ਆਨਸਰ ਪੜ੍ਹਦੇ ਹਾਂ। ਦੇਖੋ, ਪਹਿਲਾ ਕੁਐਸਚਨ ਹੈ ਸਾਡਾ, ਮੇਰਾ ਬਚਪਨ ਕਵਿਤਾ ਕਿਸ ਕਵੀ ਦੀ ਰਚਨਾ ਹੈ? ਤਾਂ ਡਾਕਟਰ ਹਰਭਜਨ ਸਿੰਘ ਦੀ। ਇਹ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ। ਡਾਕਟਰ ਹਰਭਜਨ ਸਿੰਘ ਦੀ ਕਿਹੜੀ ਕਵਿਤਾ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ, ਜਾਂ ਫਿਰ ਆਪਣੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ 'ਚ ਦਰਜ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਦੱਸੋ? ਤਾਂ ਮੇਰਾ ਬਚਪਨ, ਡੀ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ। ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬਚਪਨ ਰੁੱਲ ਜਾਂਦਾ ਹੈ? ਤਾਂ ਪਿਤਾ ਦੀ ਗੈਰ ਹਾਜ਼ਰੀ ਦੇ ਕਾਰਨ। ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਮੇਰਾ ਬਚਪਨ ਕਵਿਤਾ ਦੇ ਆਧਾਰ 'ਤੇ ਉੱਤਰ ਦਿਓ। ਤਾਂ ਮਾਂ ਦੇ ਮਨ ਵਿੱਚ ਹੈ, ਇਹ ਉੱਤਰ ਹੋਵੇਗਾ ਸਾਡਾ ਮਾਂ ਦੇ। ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਸ਼ਚਿੰਤ ਡੈਸ਼ ਮਾਵਾਂ। ਮੇਰਾ ਬਚਪਨ ਕਵਿਤਾ ਦੀ ਸਹਾਇਤਾ ਨਾਲ ਇਹ ਤੁਕ ਪੂਰੀ ਕਰੋ। ਤਾਂ ਨਿਕਰਮਨ ਮਾਵਾਂ ਲਿਖਿਆ ਇੱਥੇ, ਨਿਕਰਮਨ ਆਵੇਗਾ। ਮੇਰਾ ਬਚਪਨ ਕਵਿਤਾ ਵਿੱਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ, ਇਹ ਕਥਨ ਠੀਕ ਹੈ ਜਾਂ ਗਲਤ? ਤਾਂ ਕਥਨ ਇਹ ਠੀਕ ਹੈ। ਮੇਰਾ ਬਚਪਨ ਕਵਿਤਾ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ? ਤਾਂ ਮਾਂ ਪੁੱਤ ਦਾ ਰਿਸ਼ਤਾ, ਕਿਉਂਕਿ ਸਾਰੀ ਕਵਿਤਾ ਜਿਹੜੀ ਉਹ ਮਾਂ ਪੁੱਤ ਦੇ ਰਿਸ਼ਤੇ ਦੇ ਉੱਤੇ ਹੀ ਆਧਾਰਿਤ ਹੈ। ਤਾਂ ਇਹ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ। ਤਾਂ ਇਹ ਸੀ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ, ਉਸਦੇ ਸਰਲ ਅਰਥ ਤੇ ਛੋਟੇ ਕੁਐਸਚਨ ਆਨਸਰ। ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਸਾਰੇ ਕੁਐਸਚਨ ਆਨਸਰ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।